ਪਿਆਰੇ ਵਿਦਿਆਰਥੀਓ, ਮੈਂ ਸੁਰੂਚੀ ਢੁਨੇਜਾ ਤੁਹਾਡੀ ਕੰਪਿਊਟਰ ਅਧਿਆਪਕ ਅੱਜ ਤੁਹਾਨੂੰ ਤੁਹਾਡੇ ਪਾਠ ਪੁਸਤਕ ਦਾ ਅਧਿਆਇ 3 ਨੈਟਵਰਕਿੰਗ ਬਾਰੇ ਜਾਣਕਾਰੀ ਦੇ ਰਹੀ ਹਾਂ। ਬੱਚੇ, ਨੈਟਵਰਕਿੰਗ ਕੀ ਹੈ, ਕੀ ਹੁੰਦੀ ਹੈ, ਆਓ ਇਸ ਬਾਰੇ ਜਾਣੀਏ। ਕੰਪਿਊਟਰ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਨਾਲ ਬਣਦਾ ਹੈ। ਕੰਪਿਊਟਰ ਨੈਟਵਰਕ ਸਾਧਨਾਂ ਨੂੰ ਸਾਂਝਾ ਕਰਨ ਲਈ ਬਣਾਇਆ ਜਾਂਦਾ ਹੈ। ਇੱਕ ਨੈਟਵਰਕ ਵਿੱਚ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਲਈ ਸੰਚਾਰ ਚੈਨਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸੰਚਾਰ ਚੈਨਲ ਤਾਰਾਂ ਜਾਂ ਬਿਨਾਂ ਤਾਰਾਂ ਵਾਲੇ ਹੋ ਸਕਦੇ ਹਨ। ਨੈਟਵਰਕ ਵਿੱਚ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਲਈ ਦੂਰੀ ਦੀ ਕੋਈ ਹੱਦ ਨਹੀਂ ਹੁੰਦੀ। ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਲਈ ਸੰਚਾਰ ਚੈਨਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਉਹ ਮਾਧਿਅਮ ਹਨ ਜਿਨ੍ਹਾਂ ਦੁਆਰਾ ਅਸੀਂ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਦੇ ਹਾਂ। ਮੁੱਖ ਤੌਰ 'ਤੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ: ਗਾਈਡਡ ਮੀਡੀਆ, ਅਨਗਾਈਡਡ ਮੀਡੀਆ। ਗਾਈਡਡ ਮੀਡੀਆ ਵਿੱਚ ਅਸੀਂ ਕੰਪਿਊਟਰਸ ਨੂੰ ਤਾਰਾਂ ਰਾਹੀਂ ਜੋੜਦੇ ਹਾਂ। ਗਾਈਡਡ ਮੀਡੀਆ ਇੱਕ ਟਰਾਂਸਮਿਸ਼ਨ ਮੀਡੀਆ ਹੈ। ਇਹ ਇੱਕ ਅਜਿਹਾ ਮੀਡੀਆ ਹੈ ਜਿਸ ਵਿੱਚ ਕੇਬਲਾਂ ਦੀ ਵਰਤੋਂ ਕਰਦੇ ਹੋਏ ਅਸੀਂ ਡਾਟਾ ਨੂੰ ਟਰਾਂਸਫਰ ਕਰਦੇ ਹਾਂ। ਇਸ ਮੀਡੀਆ ਦੀ ਵਰਤੋਂ ਕਰਦੇ ਹੋਏ ਡਾਟਾ ਦਾ ਟਰਾਂਸਫਰ ਇੱਕ ਨਿਸ਼ਚਿਤ ਮਾਰਗ ਦੁਆਰਾ ਹੁੰਦਾ ਹੈ। ਆਮ ਤੌਰ 'ਤੇ ਵਰਤੇ ਜਾਣ ਵਾਲੇ ਗਾਈਡਡ ਮੀਡੀਆ ਦੀਆਂ ਉਦਾਹਰਨਾਂ ਹਨ, ਜਿਵੇਂ ਟਵਿਸਟਡ ਪੇਅਰ ਕੇਬਲ, ਕੋਐਕਸੀਅਲ ਕੇਬਲ, ਆਪਟੀਕਲ ਫਾਈਬਰ ਕੇਬਲ। ਟਵਿਸਟਡ ਪੇਅਰ ਕੇਬਲ ਸਭ ਤੋਂ ਸਸਤਾ ਸਾਧਨ ਹੈ ਜਿਸ ਰਾਹੀਂ ਆਪਾਂ ਡਾਟਾ ਟਰਾਂਸਫਰ ਕਰ ਸਕਦੇ ਹਾਂ। ਇਹ ਆਮ ਤੌਰ 'ਤੇ ਘਰਾਂ ਵਿੱਚ ਵੇਖੀ ਜਾਂਦੀ ਹੈ। ਇਸ ਤੋਂ ਬਿਨਾਂ ਅਸੀਂ ਬਿਨਾਂ ਤਾਰਾਂ ਰਾਹੀਂ ਵੀ ਡਾਟਾ ਟਰਾਂਸਫਰ ਕਰ ਸਕਦੇ ਹਾਂ। ਉਸ ਨੂੰ ਅਨਗਾਈਡਡ ਮੀਡੀਆ ਕਹਿੰਦੇ ਹਨ। ਅਨਗਾਈਡਡ ਮੀਡੀਆ ਵਿੱਚ ਕੇਬਲਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ, ਜਦਕਿ ਡਾਟਾ ਹਵਾ ਰਾਹੀਂ ਟਰਾਂਸਫਰ ਕੀਤਾ ਜਾਂਦਾ ਹੈ। ਇਸ ਵਿੱਚ ਡਾਟਾ ਟਰਾਂਸਫਰ ਇੱਕ ਨਿਸ਼ਚਿਤ ਮਾਰਗ ਦੀ ਬਜਾਏ ਹਰ ਦਿਸ਼ਾ ਵਿੱਚ ਹੋ ਸਕਦਾ ਹੈ। ਆਮ ਤੌਰ 'ਤੇ ਵਰਤੇ ਜਾਣ ਵਾਲੇ ਅਨਗਾਈਡਡ ਮੀਡੀਆ ਦੀਆਂ ਉਦਾਹਰਨਾਂ ਹਨ: ਇਨਫਰਾਰੈਡ, ਬਲੂਟੁੱਥ, ਵਾਈਫਾਈ, ਰੇਡੀਓ ਵੇਵਜ਼, ਮਾਈਕ੍ਰੋਵੇਵਜ਼, ਸੈਟੇਲਾਈਟ ਆਦਿ। ਆਓ ਆਪਾਂ ਹੁਣ ਇਹਨਾਂ ਬਾਰੇ ਥੋੜ੍ਹੀ ਡਿਟੇਲ ਵਿੱਚ ਜਾਣੀਏ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ, ਅਨਗਾਈਡਡ ਮੀਡੀਆ ਇੱਕ ਟਰਾਂਸਮਿਸ਼ਨ ਮੀਡੀਆ ਹੈ। ਇਹ ਇੱਕ ਅਜਿਹਾ ਮੀਡੀਆ ਹੈ ਜਿਸ ਵਿੱਚ ਕੇਬਲਾਂ ਦੀ ਵਰਤੋਂ ਕੀਤੇ ਬਿਨਾਂ ਹਵਾ ਰਾਹੀਂ ਡਾਟਾ ਟਰਾਂਸਫਰ ਕਰਦੇ ਹਾਂ। ਇਸ ਕਿਸਮ ਦੀ ਸੰਚਾਰ ਨੂੰ ਅਕਸਰ ਵਾਇਰਲੈਸ ਸੰਚਾਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਡਾਟਾ ਟਰਾਂਸਫਰ ਇੱਕ ਨਿਸ਼ਚਿਤ ਮਾਰਗ ਦੀ ਬਜਾਏ ਹਰ ਦਿਸ਼ਾ ਵੱਲ ਹੁੰਦਾ ਹੈ। ਵਾਈਫਾਈ ਦਾ ਪੂਰਾ ਨਾਮ ਵਾਇਰਲੈਸ ਫਿਡੇਲਿਟੀ ਹੈ। ਇਹ ਇੱਕ ਪ੍ਰਸਿੱਧ ਵਾਇਰਲੈਸ ਨੈਟਵਰਕਿੰਗ ਟੈਕਨੋਲੋਜੀ ਹੈ। ਇਸ ਟੈਕਨੋਲੋਜੀ ਦੀ ਵਰਤੋਂ ਕਰਕੇ ਅਸੀਂ ਕਿਸੇ ਨੈਟਵਰਕ ਨਾਲ ਜੁੜੇ ਹੋਏ ਦੋ ਜਾਂ ਦੋ ਤੋਂ ਵੱਧ ਉਪਕਰਨਾਂ ਵਿਚਕਾਰ ਬਿਨਾਂ ਕੇਬਲ ਤਾਰ ਦੇ ਜਾਣਕਾਰੀ ਨੂੰ ਭੇਜ ਸਕਦੇ ਹਾਂ। ਉਸ ਤੋਂ ਬਿਨਾਂ ਬੇਟਾ, ਬਲੂਟੁੱਥ ਇੱਕ ਅਜਿਹੀ ਕਿਸਮ ਦੀ ਰੇਡੀਓ ਸੰਚਾਰ ਟੈਕਨੋਲੋਜੀ ਹੈ। ਇਹ ਫੋਨ, ਕੰਪਿਊਟਰ ਅਤੇ ਹੋਰ ਨੈਟਵਰਕ ਡਿਵਾਈਸਾਂ ਦੇ ਵਿਚਕਾਰ ਛੋਟੀ ਦੂਰੀ ਦੀ ਵਾਇਰਲੈਸ ਨੈਟਵਰਕਿੰਗ ਦੀ ਸਮਰੱਥਾ ਦਿਖਾਉਂਦਾ ਹੈ, ਜਿਸ ਨੂੰ ਆਪਾਂ ਪੇਅਰਿੰਗ ਕਹਿੰਦੇ ਹਾਂ। ਆਓ ਬੱਚੋ, ਅਸੀਂ ਹੁਣ ਟਵਿਸਟਡ ਪੇਅਰ ਕੇਬਲ ਬਾਰੇ ਵਿਸਤਾਰ ਵਿੱਚ ਜਾਣੀਏ। ਟਵਿਸਟਡ ਪੇਅਰ ਕੇਬਲ ਇੱਕ ਗਾਈਡਡ ਟਰਾਂਸਮਿਸ਼ਨ ਮੀਡੀਆ ਹੈ। ਇਸ ਦੀ ਵਰਤੋਂ ਨੈਟਵਰਕ ਵਿੱਚ ਡਾਟਾ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਸ ਕੇਬਲ ਵਿੱਚ ਦੋ ਵੱਖਰੀਆਂ ਇੰਸੂਲੇਟਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ। ਇਹਨਾਂ ਨੂੰ ਆਪਸ ਵਿੱਚ ਟਵਿਸਟ ਕੀਤਾ ਜਾਂਦਾ ਹੈ। ਪਹਿਲੀ ਤਾਰ ਦੀ ਵਰਤੋਂ ਡਾਟਾ ਨੂੰ ਟਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ ਅਤੇ ਦੂਜੀ ਤਾਰ ਨੂੰ ਗਰਾਊਂਡ ਲਈ ਵਰਤਿਆ ਜਾਂਦਾ ਹੈ। ਕੋਰਸਟਾਸਟ ਨੂੰ ਘੱਟ ਕਰਨ ਲਈ ਤਾਰਾਂ ਨੂੰ ਆਪਸ ਵਿੱਚ ਟਵਿਸਟ ਕੀਤਾ ਜਾਂਦਾ ਹੈ। ਟਵਿਸਟਡ ਪੇਅਰ ਕੇਬਲ ਦੇ ਕੁਝ ਫਾਇਦੇ ਵੀ ਹਨ, ਨੁਕਸਾਨ ਵੀ ਹਨ। ਇਸ ਦੇ ਫਾਇਦੇ ਹਨ ਬੇਟਾ, ਇੱਕ ਤਾਂ ਇਹ ਸਸਤਾ ਸਾਧਨ ਹੈ। ਇਹ ਘੱਟ ਦੂਰੀ ਵਾਸਤੇ ਵਰਤੀਆਂ ਜਾਂਦੀਆਂ ਹਨ। ਜੇਕਰ ਨੈਟਵਰਕ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਪੂਰਾ ਨੈਟਵਰਕ ਡਾਊਨ ਨਹੀਂ ਹੁੰਦਾ। ਇਹ ਕੇਬਲ ਐਨਾਲੌਗ ਅਤੇ ਡਿਜੀਟਲ ਦੋਵੇਂ ਤਰ੍ਹਾਂ ਦੀਆਂ ਪ੍ਰਸਾਰਣ ਲਈ ਵਰਤੀਆਂ ਜਾਂਦੀਆਂ ਹਨ। ਟਵਿਸਟਡ ਪੇਅਰ ਕੇਬਲ ਦੇ ਕੁਝ ਨੁਕਸਾਨ ਵੀ ਹਨ, ਜਿਵੇਂ ਅਸੀਂ ਲੰਬੀ ਦੂਰੀ 'ਤੇ ਡਾਟਾ ਨੂੰ ਭੇਜਣਾ ਹੋਵੇ ਤਾਂ ਰਿਪੀਟਰ ਦੀ ਵਰਤੋਂ ਕੀਤੇ ਬਿਨਾਂ ਸਿਗਨਲ ਲੰਬੀ ਦੂਰੀ ਤੈਅ ਨਹੀਂ ਕਰ ਸਕਦਾ। ਜੇਕਰ ਆਪਾਂ ਲੰਬੀ ਦੂਰੀ 'ਤੇ ਡਾਟਾ ਭੇਜਣਾ ਹੋਵੇ ਤਾਂ ਸਾਨੂੰ ਰਿਪੀਟਰ ਦੀ ਵਰਤੋਂ ਕਰਨੀ ਪੈਂਦੀ ਹੈ।
ਸੈਕੰਡਲੀ ਇਹ ਤਾਰਾਂ ਬਹੁਤ ਪਤਲੀਆਂ ਹੋਣ ਕਾਰਨ ਆਸਾਨੀ ਨਾਲ ਟੁੱਟ ਜਾਂਦੀਆਂ ਹਨ। ਇਸ ਕਰਕੇ ਲੰਬੀ ਦੂਰੀ 'ਤੇ ਇਹ ਨਹੀਂ ਵਰਤੀਆਂ ਜਾਂਦੀਆਂ। ਆਓ ਹੁਣ ਅਸੀਂ ਫਾਈਬਰ ਆਪਟੀਕਲ ਕੇਬਲ ਬਾਰੇ ਵਿਸਤਾਰ ਵਿੱਚ ਜਾਣੀਏ। ਆਪਟੀਕਲ ਫਾਈਬਰ ਕੇਬਲ ਇੱਕ ਗਾਈਡਡ ਟਰਾਂਸਮਿਸ਼ਨ ਮੀਡੀਆ ਹੈ। ਇਸ ਦੀ ਵਰਤੋਂ ਨੈਟਵਰਕ ਵਿੱਚ ਡਾਟਾ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਡਿਜੀਟਲ ਡਾਟਾ ਸਿਗਨਲਾਂ ਨੂੰ ਪ੍ਰਕਾਸ਼ ਦੇ ਰੂਪ ਵਿੱਚ ਤਬਦੀਲ ਕਰਕੇ ਟ੍ਰਾਂਸਫਰ ਕਰਦਾ ਹੈ। ਇਹ ਕੇਬਲ ਬਹੁਤ ਸਾਰੇ ਪਤਲੇ ਲਚਕਦਾਰ ਆਪਟੀਕਲ ਰੇਸ਼ਿਆਂ ਤੋਂ ਮਿਲ ਕੇ ਬਣੀ ਹੋਈ ਹੁੰਦੀ ਹੈ। ਹਰੇਕ ਫਾਈਬਰ ਇਹਨਾਂ ਤਿੰਨਾਂ ਲੇਅਰਾਂ ਨਾਲ ਬਣਿਆ ਹੁੰਦਾ ਹੈ: ਕੋਰ, ਕਲੇਡਿੰਗ ਤੇ ਬਫਰ। ਆਪਟੀਕਲ ਫਾਈਬਰ ਕੇਬਲ ਦੇ ਫਾਇਦੇ ਹਨ ਕਿ ਇਹ ਉਦਯੋਗਿਕ ਅਤੇ ਸ਼ੋਰ ਸ਼ਰਾਬੇ ਵਾਲੇ ਖੇਤਰਾਂ ਲਈ ਢੁਕਵੀਂ ਹੈ। ਇਹ ਡਾਟਾ ਨੂੰ ਟ੍ਰਾਂਸਫਰ ਕਰਨ ਦੀ ਦਰ ਬਹੁਤ ਜ਼ਿਆਦਾ ਹੈ। ਇਸ ਦੀ ਵਰਤੋਂ ਸੈਂਕੜੇ ਮੀਲਾਂ ਦੀ ਦੂਰੀ 'ਤੇ ਡਾਟਾ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਇਹਨਾਂ ਫਾਇਦਿਆਂ ਦੇ ਨਾਲ-ਨਾਲ ਆਪਟੀਕਲ ਫਾਈਬਰ ਕੇਬਲ ਦੇ ਕੁਝ ਨੁਕਸਾਨ ਵੀ ਹਨ। ਸਭ ਤੋਂ ਪਹਿਲਾਂ ਆਪਟੀਕਲ ਫਾਈਬਰ ਕੇਬਲ ਮਹਿੰਗੀ ਹੁੰਦੀ ਹੈ, ਇਸ ਕਰਕੇ ਇਸ ਨੂੰ ਹਰ ਬੰਦਾ ਨਹੀਂ ਲਗਾ ਸਕਦਾ। ਦੂਜਾ, ਇਹਨਾਂ ਤਾਰਾਂ ਦੀ ਵਰਤੋਂ ਕਰਨਾ ਆਸਾਨ ਨਹੀਂ ਹੁੰਦਾ ਕਿਉਂਕਿ ਇਸ ਨੂੰ ਸੈਟਅਪ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਸਾਨੂੰ ਨੈਟਵਰਕਿੰਗ ਦੀ ਲੋੜ ਕਿਉਂ ਪੈਂਦੀ ਹੈ? ਨੈਟਵਰਕਿੰਗ ਨਾਲ ਆਪਾਂ ਕੰਪਿਊਟਰ ਵਿੱਚ ਫਾਈਲਾਂ ਨੂੰ ਸ਼ੇਅਰ ਕਰ ਸਕਦੇ ਹਾਂ ਤਾਂ ਜੋ ਕੋਈ ਵੀ ਦੂਜੀ ਕੰਪਿਊਟਰ 'ਤੇ ਬੈਠ ਕੇ ਵੀ ਸਾਡੀ ਫਾਈਲ ਨੂੰ ਦੇਖ ਸਕੇ। ਸੈਕਿੰਡ, ਇਸ ਨਾਲ ਕੰਪਿਊਟਰ ਦੇ ਵੱਖ-ਵੱਖ ਹਾਰਡਵੇਅਰ ਭਾਗਾਂ ਜਿਵੇਂ ਕਿ ਪ੍ਰਿੰਟਰ ਨੂੰ ਸ਼ੇਅਰ ਕਰ ਸਕਦੇ ਹਾਂ। ਕੰਪਿਊਟਰ ਨੂੰ ਇੱਕ ਦੂਜੇ ਨਾਲ ਸੰਚਾਰ ਕਰਨ ਯੋਗ ਬਣਾਉਂਦੇ ਹਾਂ, ਸੰਚਾਰ ਦੀ ਗਤੀ ਅਤੇ ਸ਼ੁੱਧਤਾ ਨੂੰ ਵਧਾਉਂਦੇ ਹਾਂ, ਡਾਟਾ ਟ੍ਰਾਂਸਫਰ ਦੀ ਕੀਮਤ ਨੂੰ ਘਟਾਉਂਦੇ ਹਾਂ ਅਤੇ ਗਰੁੱਪ ਵਿੱਚ ਕੰਮ ਕਰਨ ਲਈ ਵੀ ਇਸ ਦੀ ਵਰਤੋਂ ਹੁੰਦੀ ਹੈ। ਇੰਟਰਨੈਟਵਰਕਿੰਗ ਕੀ ਹੁੰਦੀ ਹੈ? ਵੱਖ-ਵੱਖ ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਦਾ ਪ੍ਰੋਸੈਸ ਇੰਟਰਨੈਟਵਰਕਿੰਗ ਅਖਵਾਉਂਦਾ ਹੈ ਅਤੇ ਇਸ ਤਰ੍ਹਾਂ ਦੇ ਬਣਾਏ ਗਏ ਨੈਟਵਰਕਾਂ ਨੂੰ ਇੰਟਰਨੈਟਵਰਕ ਕਿਹਾ ਜਾਂਦਾ ਹੈ। ਇੰਟਰਨੈਟਵਰਕ ਵਿੱਚ ਵੱਖ-ਵੱਖ ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਲਈ ਕਈ ਕਿਸਮ ਦੇ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਰਾਊਟਰ, ਗੇਟਵੇ ਆਦਿ। ਇਹਨਾਂ ਬਾਰੇ ਅਸੀਂ ਵਿਸਤਾਰ ਵਿੱਚ ਅੱਗੇ ਪੜ੍ਹਾਂਗੇ। ਬੱਚੇ, ਇਹ ਨੈਟਵਰਕ ਡਿਵਾਈਸਿਸ ਹਨ। ਇਹਨਾਂ ਨੂੰ ਨੈਟਵਰਕਿੰਗ ਹਾਰਡਵੇਅਰ ਜਾਂ ਨੈਟਵਰਕ ਇਕੁਇਪਮੈਂਟ ਵੀ ਕਿਹਾ ਜਾਂਦਾ ਹੈ। ਇਹ ਹਨ ਜਿਵੇਂ ਹਬ, ਸਵਿੱਚ, ਰਾਊਟਰ, ਬ੍ਰਿਜ, ਗੇਟਵੇ, ਰਿਪੀਟਰ, NIC ਕਾਰਡ ਆਦਿ। ਇਹਨਾਂ ਦੀ ਵਰਤੋਂ ਨੈਟਵਰਕਿੰਗ ਕਰਨ ਲਈ ਕੀਤੀ ਜਾਂਦੀ ਹੈ। ਬੱਚੋ, ਆਓ ਆਪਾਂ ਹੁਣ ਹਬ ਬਾਰੇ ਵਿਸਤਾਰ ਵਿੱਚ ਜਾਣੀਏ। ਨੈਟਵਰਕ ਹਬ ਇੱਕ ਸੰਚਾਰ ਯੰਤਰ ਹੈ ਜੋ ਕਿ ਨੈਟਵਰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਦੋ ਜਾਂ ਦੋ ਤੋਂ ਵੱਧ ਈਥਰਨੈਟ ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ। ਇਹ ਇਹਨਾਂ ਨੈਟਵਰਕਾਂ ਨੂੰ ਜੋੜ ਕੇ ਇਕਹਿਰੇ ਨੈਟਵਰਕ ਦੇ ਤੌਰ 'ਤੇ ਦਰਸਾਉਂਦਾ ਹੈ। ਇੱਕ ਹਬ ਲਈ ਲਾਈਨਾਂ ਦੇ ਇਨਪੁਟ ਪ੍ਰਾਪਤ ਕਰਦਾ ਹੈ। ਜਦੋਂ ਹਬ ਕਿਸੇ ਵੀ ਇੱਕ ਇਨਪੁਟ ਲਾਈਨ ਤੋਂ ਡਾਟਾ ਪ੍ਰਾਪਤ ਕਰਦਾ ਹੈ ਤਾਂ ਇਹ ਇਸ ਪ੍ਰਾਪਤ ਡਾਟਾ ਨੂੰ ਬਾਕੀ ਸਾਰੀਆਂ ਲਾਈਨਾਂ ਉੱਪਰ ਭੇਜ ਦਿੰਦਾ ਹੈ। ਹਬ ਨੂੰ ਆਮ ਤੌਰ 'ਤੇ ਸਟਾਰ ਟਪੋਲੋਜੀ ਵਿੱਚ ਵਰਤਿਆ ਜਾਂਦਾ ਹੈ। ਹਬ ਦੋ ਤਰ੍ਹਾਂ ਦੀ ਹੁੰਦੀ ਹੈ, ਪਹਿਲੀ ਐਕਟਿਵ ਹਬ, ਦੂਜੀ ਪੈਸਿਵ ਹਬ। ਆਓ ਹੁਣ ਆਪਾਂ ਸਵਿਚਸ ਬਾਰੇ ਵਿਸਤਾਰ ਵਿੱਚ ਜਾਣੀਏ। ਸਵਿੱਚ ਇੱਕ ਨੈਟਵਰਕ ਵਿੱਚ ਮੌਜੂਦ ਵੱਖ-ਵੱਖ ਡਿਵਾਈਸਾਂ ਜਿਵੇਂ ਕੰਪਿਊਟਰ, ਪ੍ਰਿੰਟਰ, ਰਾਊਟਰ ਆਦਿ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਤਾਂ ਕਿ ਇਹ ਆਪਸ ਵਿੱਚ ਸੰਚਾਰ ਕਰਨ ਯੋਗ ਬਣ ਸਕਣ। ਰਿਪੀਟਰ ਇੱਕ ਨੈਟਵਰਕ ਯੰਤਰ ਹੈ ਜੋ ਕਿ ਸਿਗਨਲ ਨੂੰ ਰੀਜਨਰੇਟ ਕਰਦਾ ਹੈ ਅਤੇ ਦੁਬਾਰਾ ਸੰਚਾਰ ਯੋਗ ਬਣਾਉਂਦਾ ਹੈ। ਇਹ ਸੰਚਾਰ ਨੈਟਵਰਕ ਵਿੱਚ ਪ੍ਰਸਾਰਿਤ ਸਿਗਨਲ ਨੂੰ ਕਮਜ਼ੋਰ ਜਾਂ ਕਰਪਟ ਹੋਣ ਤੋਂ ਪਹਿਲਾਂ ਹੀ ਰੀਜਨਰੇਟ ਕਰ ਦਿੰਦਾ ਹੈ। ਰਿਪੀਟਰ ਸਿਰਫ ਦੋ ਪੋਰਟ ਨੈਟਵਰਕ ਉਪਕਰਨ ਹੈ। ਆਓ ਹੁਣ ਆਪਾਂ ਰਾਊਟਰ ਬਾਰੇ ਜਾਣੀਏ। ਰਾਊਟਰ ਇੱਕ ਅਜਿਹਾ ਉਪਕਰਨ ਹੈ ਜੋ ਸਾਡੇ ਨੈਟਵਰਕ ਨੂੰ ਇੰਟਰਨੈਟ ਨਾਲ ਜੋੜਦਾ ਹੈ ਅਤੇ ਸਵਿੱਚ ਵਰਗਾ ਹੀ ਉਪਕਰਨ ਹੁੰਦਾ ਹੈ ਜੋ ਕਿ ਸਾਡੇ ਡਾਟਾ ਪੈਕੇਟ ਨੂੰ ਉਸਦੇ IP ਐਡਰੈਸ 'ਤੇ ਨੈਟਵਰਕ ਉੱਪਰ ਭੇਜਦਾ ਹੈ। ਬ੍ਰਿਜ ਇੱਕ ਨੈਟਵਰਕ ਉਪਕਰਨ ਹੈ। ਇਸ ਉਪਕਰਨ ਦੀ ਵਰਤੋਂ ਦੋ ਵੱਖ-ਵੱਖ LAN ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ। ਡਾਟਾ ਪੈਕੇਟ ਨੂੰ ਨੈਟਵਰਕ ਵਿੱਚ ਅੱਗੇ ਭੇਜਣ ਲਈ ਇਹ MAC ਐਡਰੈਸ ਦੀ ਵਰਤੋਂ ਕਰਦਾ ਹੈ।
ਇਹ ਇੱਕ ਨੈਟਵਰਕ ਤੋਂ ਦੂਜੇ ਨੈਟਵਰਕ 'ਤੇ ਸਿਰਫ ਉਹਨਾਂ ਪੈਕੇਟਸ ਨੂੰ ਹੀ ਭੇਜਦਾ ਹੈ ਜੋ ਦੂਜੇ ਨੈਟਵਰਕ ਨਾਲ ਸੰਬੰਧਿਤ ਹੁੰਦੇ ਹਨ। ਇਸ ਉਪਕਰਨ ਵਿੱਚ ਸਿਰਫ 2 ਪੋਰਟਸ ਹੁੰਦੇ ਹਨ, ਜਿਸ ਕਰਕੇ ਇਹਨੂੰ 2 ਪੋਰਟ ਉਪਕਰਨ ਵੀ ਕਹਿੰਦੇ ਹਨ। ਗੇਟਵੇ 2 ਨੈਟਵਰਕਾਂ ਦਾ ਇੱਕ ਹਿੱਸਾ ਜਾਂ ਉਸਦਾ ਭਾਗ ਹੁੰਦਾ ਹੈ। ਇਹ ਨੈਟਵਰਕ ਵੱਖੋ ਵੱਖਰੇ ਪ੍ਰੋਟੋਕੋਲ ਦੀ ਵਰਤੋਂ ਕਰਦੇ ਹਨ। ਗੇਟਵੇ ਪਹਿਲੇ ਪ੍ਰੋਟੋਕੋਲ ਦਾ ਦੂਜੇ ਪ੍ਰੋਟੋਕੋਲ ਵਿੱਚ ਅਨੁਵਾਦ ਕਰਦਾ ਹੈ, ਇਸ ਲਈ ਇਸ ਨੂੰ ਪ੍ਰੋਟੋਕੋਲ ਕਨਵਰਟਰ ਵੀ ਕਿਹਾ ਜਾਂਦਾ ਹੈ। ਗੇਟਵੇ ਦੀ ਕੰਮ ਕਰਨ ਦੀ ਪ੍ਰਕਿਰਿਆ ਰਾਊਟਰ ਤੇ ਸਵਿਚ ਨਾਲੋਂ ਵਧੇਰੇ ਗੁੰਝਲਦਾਰ ਹੁੰਦੀ ਹੈ। ਘਰਾਂ ਵਿੱਚ ਵਰਤੇ ਜਾਣ ਵਾਲੇ ਬੇਸਿਕ ਇੰਟਰਨੈਟ ਕੁਨੈਕਸ਼ਨਾਂ ਲਈ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੀ ਗੇਟਵੇ ਹੁੰਦਾ ਹੈ, ਜੋ ਕਿ ਸਾਨੂੰ ਇੰਟਰਨੈਟ ਵਰਤਣ ਦੀ ਸਹੂਲਤ ਦਿੰਦਾ ਹੈ। ਮੋਡਮ ਦਾ ਪੂਰਾ ਨਾਮ ਮੋਡੂਲੇਟਰ ਡੀਮੋਡੂਲੇਟਰ ਹੈ। ਇਹ ਇੱਕ ਸੰਚਾਰ ਯੰਤਰ ਹੈ ਜਿਸ ਦੀ ਵਰਤੋਂ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਅਤੇ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ। ਕੰਪਿਊਟਰ ਡਿਜੀਟਲ ਸਿਗਨਲ ਪੈਦਾ ਕਰਦੇ ਹਨ, ਪਰ ਇਹ ਸਿਗਨਲ ਲੰਬੀ ਦੂਰੀ ਤੱਕ ਨਹੀਂ ਜਾ ਸਕਦੇ। ਲੰਬੀ ਦੂਰੀ ਵਿੱਚ ਸੰਚਾਰ ਕਰਨ ਲਈ ਇਹ ਢੁਕਵੇਂ ਨਹੀਂ ਹੁੰਦੇ, ਇਸ ਲਈ ਇਹਨਾਂ ਸਿਗਨਲਾਂ ਨੂੰ ਐਨਾਲੌਗ ਸਿਗਨਲ ਵਿੱਚ ਤਬਦੀਲ ਕੀਤਾ ਜਾਂਦਾ ਹੈ, ਜੋ ਕਿ ਲੰਬੀ ਦੂਰੀ ਤੱਕ ਸੰਚਾਰ ਕਰਨ ਵਿੱਚ ਢੁਕਵੇਂ ਹੁੰਦੇ ਹਨ। ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਵਿੱਚ ਤਬਦੀਲ ਕਰਨਾ ਮੋਡੂਲੇਟਰ ਅਖਵਾਉਂਦਾ ਹੈ। ਜਦੋਂ ਐਨਾਲੌਗ ਸਿਗਨਲ ਆਪਣੇ ਪੜਾਅ ਉੱਤੇ ਪਹੁੰਚ ਜਾਂਦਾ ਹੈ ਤਾਂ ਇਸ ਐਨਾਲੌਗ ਸਿਗਨਲ ਨੂੰ ਵਾਪਸ ਡਿਜੀਟਲ ਸਿਗਨਲ ਵਿੱਚ ਤਬਦੀਲ ਕੀਤਾ ਜਾਂਦਾ ਹੈ, ਜੋ ਕਿ ਕੰਪਿਊਟਰ ਡਿਜੀਟਲ ਰੂਪ ਵਿੱਚ ਸਿਗਨਲ ਨੂੰ ਪ੍ਰਾਪਤ ਕਰ ਸਕੇ। ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨਾ ਡੀਮੋਡੂਲੇਸ਼ਨ ਅਖਵਾਉਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਨੈਟਵਰਕਿੰਗ ਵਿੱਚ ਮੋਡਮ ਸੰਚਾਰ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੋਡਮ 2 ਤਰ੍ਹਾਂ ਦੇ ਹੁੰਦੇ ਹਨ, ਬਾਹਰੀ ਮੋਡਮ ਅਤੇ ਅੰਦਰੂਨੀ ਮੋਡਮ। ਬਾਹਰੀ ਮੋਡਮ ਕੰਪਿਊਟਰ ਤੋਂ ਅਲੱਗ ਹੀ ਵੱਖਰਾ ਯੰਤਰ ਹੁੰਦਾ ਹੈ। ਇਸ ਨੂੰ ਕੰਪਿਊਟਰ ਦੇ ਸੀਰੀਅਲ ਪੋਰਟ COM1 ਜਾਂ COM2 ਨਾਲ ਜੋੜਿਆ ਹੁੰਦਾ ਹੈ। ਇਹ ਮੋਡਮ ਅੰਦਰੂਨੀ ਮੋਡਮ ਦੇ ਮੁਕਾਬਲੇ ਮਹਿੰਗੇ ਹੁੰਦੇ ਹਨ, ਪਰ ਇਹਨਾਂ ਵਿੱਚ ਸੰਚਾਰ ਦੀ ਗਤੀ ਅੰਦਰੂਨੀ ਮੋਡਮ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਸਿਸਟਮ ਯੂਨਿਟ ਦੇ ਅੰਦਰ ਲੱਗਿਆ ਹੁੰਦਾ ਹੈ। ਇਹ ਮੋਡਮ ਬਾਹਰੀ ਮੋਡਮ ਦੇ ਮੁਕਾਬਲੇ ਸਸਤੇ ਹੁੰਦੇ ਹਨ, ਪਰ ਇਹਨਾਂ ਦੀ ਸੰਚਾਰ ਗਤੀ ਬਾਹਰੀ ਮੋਡਮ ਦੇ ਮੁਕਾਬਲੇ ਘੱਟ ਹੁੰਦੀ ਹੈ। ਨੈਟਵਰਕ ਵਿੱਚ ਡਾਟਾ ਕਿਸ ਢੰਗ ਨਾਲ ਜਾਵੇਗਾ ਸੰਚਾਰ ਮੋਡ ਅਖਵਾਉਂਦਾ ਹੈ। ਸੰਚਾਰ ਮੋਡ ਨੂੰ ਟਰਾਂਸਮਿਸ਼ਨ ਮੋਡ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਕਿਸੇ ਨੈਟਵਰਕ ਨਾਲ ਜੁੜੇ 2 ਯੰਤਰਾਂ ਵਿਚਕਾਰ ਡਾਟਾ ਜਾਂ ਜਾਣਕਾਰੀ ਨੂੰ ਤਬਦੀਲ ਕਰਨ ਦੀ ਵਿਧੀ ਟਰਾਂਸਮਿਸ਼ਨ ਮੋਡ ਕਹਾਉਂਦੀ ਹੈ। ਸੰਚਾਰ ਮੋਡ 3 ਕਿਸਮਾਂ ਦੇ ਹੁੰਦੇ ਹਨ, ਸਿੰਪਲੈਕਸ ਮੋਡ, ਹਾਫ ਡੁਪਲੈਕਸ ਮੋਡ ਅਤੇ ਫੁੱਲ ਡੁਪਲੈਕਸ ਮੋਡ। ਇਹਨਾਂ ਬਾਰੇ ਅਸੀਂ ਵਿਸਤਾਰ ਵਿੱਚ ਅੱਗੇ ਜਾਣਾਂਗੇ। ਸਿੰਪਲੈਕਸ ਮੋਡ ਵਿੱਚ ਸੰਚਾਰ ਇੱਕ ਦਿਸ਼ਾ ਵਿੱਚ ਹੁੰਦਾ ਹੈ। ਇਸ ਮੋਡ ਵਿੱਚ ਸ਼ਾਮਲ ਉਪਕਰਨ ਸਭ ਇੱਕੋ ਦਿਸ਼ਾ ਵੱਲ ਸਿਗਨਲ ਭੇਜ ਸਕਦੇ ਹਨ, ਦੂਸਰਾ ਸਿਰਫ ਸਿਗਨਲ ਪ੍ਰਾਪਤ ਕਰ ਸਕਦਾ ਹੈ। ਉਦਾਹਰਨ ਵਜੋਂ ਕੀਬੋਰਡ ਅਤੇ ਕੰਪਿਊਟਰ ਵਿਚਕਾਰ ਸੰਚਾਰ। ਹਾਫ ਡੁਪਲੈਕਸ ਮੋਡ। ਹਾਫ ਡੁਪਲੈਕਸ ਮੋਡ ਵਿੱਚ ਸੰਚਾਰ ਦੋਵੇਂ ਦਿਸ਼ਾਵਾਂ ਵਿੱਚ ਹੋ ਸਕਦਾ ਹੈ, ਪਰ ਇੱਕ ਸਮੇਂ 'ਤੇ ਨਹੀਂ। ਉਦਾਹਰਨ ਵਜੋਂ ਵੋਕੀ ਟੋਕੀ ਵਿੱਚ ਇੱਕ ਪਾਸੇ ਤੋਂ ਸੈਂਡਰ ਸਿਰਫ ਬੋਲਦਾ ਹੈ, ਦੂਜੇ ਪਾਸਿਓਂ ਰਿਸੀਵਰ ਸੁਣਦਾ ਹੈ, ਪਰ ਫਿਰ ਇੱਕ ਵਿਰਾਮ ਤੋਂ ਬਾਅਦ ਦੂਸਰਾ ਬੋਲਦਾ ਹੈ ਅਤੇ ਪਹਿਲਾ ਵਿਅਕਤੀ ਸੁਣਦਾ ਹੈ। ਫੁੱਲ ਡੁਪਲੈਕਸ ਮੋਡ। ਫੁੱਲ ਡੁਪਲੈਕਸ ਮੋਡ ਵਿੱਚ ਸੰਚਾਰ ਦਾ ਪ੍ਰਵਾਹ ਦੋਵੇਂ ਦਿਸ਼ਾਵਾਂ ਵਿੱਚ ਹੁੰਦਾ ਹੈ, ਪਰੰਤੂ ਇਸ ਵਿੱਚ ਇੱਕੋ ਸਮੇਂ 'ਤੇ ਹੀ ਦੋਵਾਂ ਦਿਸ਼ਾਵਾਂ ਵਿੱਚ ਸੰਚਾਰ ਸੰਭਵ ਹੁੰਦਾ ਹੈ। ਇਹ ਡਿਵਾਈਸਾਂ ਦੇ ਵਿਚਕਾਰ ਸੰਚਾਰ ਕਰਨ ਦਾ ਸਭ ਤੋਂ ਤੇਜ਼ ਮੋਡ ਹੈ। ਉਦਾਹਰਨ ਵਜੋਂ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਹੋਏ ਵਿਅਕਤੀ ਸੰਚਾਰ ਕਰਦੇ ਹਨ। ਨੈਟਵਰਕ ਸ਼ੇਅਰਿੰਗ ਨੈਟਵਰਕ ਦੀ ਇੱਕ ਵਿਸ਼ੇਸ਼ਤਾ ਹੈ ਜੋ ਕਿ ਸਰੋਤਾਂ ਨੂੰ ਨੈਟਵਰਕ ਵਿੱਚ ਸਾਂਝਾ ਕਰਨ ਦੀ ਆਗਿਆ ਦਿੰਦੀ ਹੈ, ਭਾਵੇਂ ਉਹ ਫਾਈਲਾਂ, ਦਸਤਾਵੇਜ਼, ਫੋਲਡਰ, ਮੀਡੀਆ ਆਦਿ ਹੋਣ। ਇਹਨਾਂ ਨੂੰ ਨੈਟਵਰਕ ਉੱਤੇ ਹੋਰ ਕੰਪਿਊਟਰਾਂ ਲਈ ਐਕਸੈਸ ਕਰਨ ਦੇ ਯੋਗ ਬਣਾਇਆ ਜਾਂਦਾ ਹੈ। ਨੈਟਵਰਕ ਸ਼ੇਅਰਿੰਗ ਰੀਅਲ ਟਾਈਮ ਸਿਸਟਮ ਜਾਂ ਵੱਖੋ ਵੱਖਰੇ ਸਮੇਂ 'ਤੇ ਇੱਕ ਤੋਂ ਵੱਧ ਯੂਜ਼ਰ ਰਾਹੀਂ
ਇੱਕੋ ਹੀ ਜਾਂ ਇੱਕ ਤੋਂ ਵੱਧ ਉਪਕਰਨਾਂ ਨੂੰ ਵਰਤ ਕੇ ਕੀਤੀ ਜਾਂਦੀ ਹੈ। ਹਾਰਡਵੇਅਰ ਸ਼ੇਅਰਿੰਗ ਤੋਂ ਭਾਵ ਹੈ ਕੰਪਿਊਟਰ ਉਪਕਰਨ ਜਾਂ ਯੰਤਰਾਂ ਨੂੰ ਨੈਟਵਰਕਿੰਗ ਵਿੱਚ ਸ਼ੇਅਰ ਕਰਨਾ। ਜਦੋਂ ਡਿਵਾਈਸ ਨੈਟਵਰਕਿੰਗ ਵਿੱਚ ਹੋਵੇਗਾ ਤਾਂ ਹਰੇਕ ਕੰਪਿਊਟਰ ਜੋ ਉਸ ਨੈਟਵਰਕ ਦਾ ਹਿੱਸਾ ਹਨ ਉਹਨਾਂ ਡਿਵਾਈਸ ਨੂੰ ਸ਼ੇਅਰ ਕਰ ਸਕਦਾ ਹੈ। ਜਿਵੇਂ ਕਿ ਮੰਨ ਲਓ 10 ਕੰਪਿਊਟਰ ਅਤੇ ਪ੍ਰਿੰਟਰ ਨੈਟਵਰਕਿੰਗ ਵਿੱਚ ਆਪਸ ਵਿੱਚ ਜੁੜੇ ਹੋਏ ਹਨ ਤਾਂ ਅਸੀਂ ਕਿਸੇ ਵੀ ਕੰਪਿਊਟਰ 'ਤੇ ਬੈਠ ਕੇ ਪ੍ਰਿੰਟ ਲੈ ਸਕਦੇ ਹਾਂ। ਹਰੇਕ ਕੰਪਿਊਟਰ 'ਤੇ ਅਲੱਗ ਤੋਂ ਪ੍ਰਿੰਟਰ ਨਹੀਂ ਲਗਾਉਣਾ ਪਵੇਗਾ, ਜਿਸ ਨਾਲ ਸਾਡਾ ਹਾਰਡਵੇਅਰ ਦਾ ਖਰਚਾ ਵੀ ਬਚ ਜਾਵੇਗਾ। ਡਾਟਾ ਵੰਡ ਨੈਟਵਰਕਿੰਗ ਦਾ ਮਹੱਤਵਪੂਰਨ ਪ੍ਰਯੋਗ ਹੈ। ਇਸ ਨਾਲ ਯੂਜ਼ਰਸ ਡਾਟਾ ਦੀ ਸਾਂਝ ਆਸਾਨੀ ਨਾਲ ਕਰ ਸਕਦੇ ਹਨ, ਜਿਸ ਨਾਲ ਕੀ ਹੁੰਦਾ ਹੈ ਕਿ ਸਾਡੇ ਡਾਟਾ ਦੀ ਗਤੀ ਅਤੇ ਸ਼ੁੱਧਤਾ ਵੱਧਦੀ ਹੈ। ਨੈਟਵਰਕ ਰਾਹੀਂ ਕਿਸੇ ਡਾਟਾ ਨੂੰ ਦੂਜਿਆਂ ਤੱਕ ਤੇਜ਼ੀ ਨਾਲ ਪਹੁੰਚਾਇਆ ਜਾ ਸਕਦਾ ਹੈ ਅਤੇ ਟ੍ਰਾਂਸਫਰ ਕਰਨ ਦੀ ਕੀਮਤ ਵੀ ਕਾਫੀ ਘੱਟ ਜਾਂਦੀ ਹੈ। ਇਸ ਨਾਲ ਕੰਮ ਕਰਨ ਦੀ ਉਤਪਾਦਕਤਾ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਬਾਅਦ ਆਪਾਂ ਨੈਟਵਰਕਿੰਗ ਪ੍ਰੋਟੋਕੋਲਸ ਬਾਰੇ ਪੜ੍ਹਾਂਗੇ। ਨੈਟਵਰਕ ਪ੍ਰੋਟੋਕੋਲ ਨਿਯਮਾਂ ਦਾ ਇੱਕ ਸਮੂਹ ਹੁੰਦਾ ਹੈ। ਇਹ ਨਿਯਮ ਇੱਕ ਆਸਾਨ, ਭਰੋਸੇਮੰਦ ਅਤੇ ਸੁਰੱਖਿਅਤ ਤਰੀਕੇ ਨਾਲ ਸੂਚਨਾ ਦੀ ਅਦਲਾ ਬਦਲੀ ਨੂੰ ਕੰਟਰੋਲ ਕਰਦੇ ਹਨ। ਨੈਟਵਰਕ ਜਾਂ ਇੰਟਰਨੈਟ ਉੱਪਰ ਕਿਸੇ ਵੀ ਕਿਸਮ ਦਾ ਡਾਟਾ ਟ੍ਰਾਂਸਫਰ ਇਹਨਾਂ ਪ੍ਰੋਟੋਕੋਲ ਦੀ ਮਦਦ ਨਾਲ ਹੀ ਸੰਭਵ ਹੁੰਦਾ ਹੈ। TCP, IP, FTP, SMTP, HTTP ਆਦਿ ਕੁਝ ਆਮ ਵਰਤੇ ਜਾਣ ਵਾਲੇ ਨੈਟਵਰਕ ਪ੍ਰੋਟੋਕੋਲਸ ਹਨ। ਇਹਨਾਂ ਪ੍ਰੋਟੋਕੋਲਸ ਬਾਰੇ ਅੱਗੇ ਆਪਾਂ ਵਿਸਤਾਰ ਵਿੱਚ ਜਾਣਾਂਗੇ। FTP ਪ੍ਰੋਟੋਕੋਲ ਕੀ ਹੁੰਦਾ ਹੈ, ਇਸ ਦੇ ਕੀ ਲਾਭ ਹਨ? ਇਹ ਇੰਟਰਨੈਟ ਲਈ ਵਰਤਿਆ ਜਾਣ ਵਾਲਾ ਸਟੈਂਡਰਡ ਪ੍ਰੋਟੋਕੋਲ ਹੈ। ਇਹਨਾਂ ਪ੍ਰੋਟੋਕੋਲ ਦੀ ਵਰਤੋਂ ਇੰਟਰਨੈਟ ਉੱਪਰ ਕੰਪਿਊਟਰਾਂ ਵਿਚਕਾਰ ਫਾਈਲ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। FTP ਪ੍ਰੋਟੋਕੋਲ TCP, IP ਪ੍ਰੋਟੋਕੋਲ ਦੀ ਮਦਦ ਨਾਲ ਹੀ ਫਾਈਲਾਂ ਦੀ ਅਦਲਾ ਬਦਲੀ ਕਰਦੇ ਹਨ। ਇੰਟਰਨੈਟ ਉੱਪਰ ਫਾਈਲਾਂ ਦੀ ਅਦਲਾ ਬਦਲੀ ਕਰਨ ਵਿੱਚ FTP ਕਾਫੀ ਲਾਭਦਾਇਕ ਸਿੱਧ ਹੁੰਦਾ ਹੈ। ਆਓ ਹੁਣ ਆਪਾਂ ਕੰਪਿਊਟਰ ਨੈਟਵਰਕ ਬਾਰੇ ਜਾਣੀਏ। ਇੱਕ ਨੈਟਵਰਕ ਵਿੱਚ ਕੰਪਿਊਟਰਾਂ ਨੂੰ ਕਈ ਤਰੀਕਿਆਂ ਨਾਲ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਕੰਪਿਊਟਰ ਨੈਟਵਰਕ ਨੂੰ ਮੁੱਖ ਤੌਰ 'ਤੇ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ: LAN, MAN ਅਤੇ WAN। LAN ਲੋਕਲ ਏਰੀਆ ਨੈਟਵਰਕ, MAN ਮੈਟਰੋਪੋਲੀਟਨ ਏਰੀਆ ਨੈਟਵਰਕ ਅਤੇ WAN ਵਾਈਡ ਏਰੀਆ ਨੈਟਵਰਕ। ਆਪਾਂ ਇਹਨਾਂ ਬਾਰੇ ਵਿਸਤਾਰ ਵਿੱਚ ਅੱਗੇ ਜਾਣਦੇ ਹਾਂ। ਮੀਨਸ ਲੋਕਲ ਏਰੀਆ ਨੈਟਵਰਕ, ਇਸ ਵਿੱਚ ਛੋਟੇ ਖੇਤਰ ਦੇ ਕੰਪਿਊਟਰਸ ਆਪਸ ਵਿੱਚ ਜੋੜੇ ਜਾਂਦੇ ਹਨ। ਜਿਵੇਂ ਕਿ ਇੱਕ ਬਿਲਡਿੰਗ ਜਾਂ ਇੱਕ ਦਫ਼ਤਰ ਦੇ ਕੰਪਿਊਟਰਸ ਨੂੰ ਆਪਾਂ ਜਦੋਂ ਆਪਸ ਵਿੱਚ ਜੋੜਦੇ ਹਾਂ ਉਹ LAN ਅਖਵਾਉਂਦਾ ਹੈ। LAN MAN ਔਰ WAN ਦੇ ਮੁਕਾਬਲੇ ਕਾਫੀ ਛੋਟਾ ਹੁੰਦਾ ਹੈ। ਇਸ ਵਿੱਚ ਫਾਈਬਰ ਆਪਟੀਕਲ ਕੇਬਲ, ਟਵਿਸਟਡ ਪੇਅਰ ਕੇਬਲ ਆਦਿ ਦਾ ਇਸਤੇਮਾਲ ਹੁੰਦਾ ਹੈ। ਮੈਟਰੋਪੋਲੀਟਨ ਏਰੀਆ ਨੈਟਵਰਕ, ਇਹ ਨੈਟਵਰਕ ਭੂਗੋਲਿਕ ਖੇਤਰ ਵਿੱਚ LAN ਨਾਲੋਂ ਵੱਡਾ ਪਰ WAN ਨਾਲੋਂ ਛੋਟਾ ਹੁੰਦਾ ਹੈ। ਇਹ ਮੁੱਖ ਤੌਰ 'ਤੇ ਇੱਕ ਸ਼ਹਿਰ ਦੇ ਕੰਪਿਊਟਰਸ ਨੂੰ ਆਪਸ ਵਿੱਚ ਜੋੜ ਕੇ ਬਣਦਾ ਹੈ। ਉਦਾਹਰਨ ਲਈ ਇੱਕ ਕੰਪਨੀ ਸ਼ਹਿਰ ਵਿੱਚ ਫੈਲੇ ਆਪਣੇ LAN ਨੈਟਵਰਕਾਂ ਨੂੰ ਆਪਸ ਵਿੱਚ ਜੋੜ ਕੇ MAN ਨੈਟਵਰਕ ਬਣਾ ਸਕਦੀ ਹੈ। MAN ਨੈਟਵਰਕ ਪ੍ਰਾਈਵੇਟ ਅਤੇ ਪਬਲਿਕ ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ। MAN ਨੈਟਵਰਕ ਦੀ ਰਫ਼ਤਾਰ LAN ਨਾਲੋਂ ਘੱਟ ਪਰ WAN ਨਾਲੋਂ ਵੱਧ ਹੁੰਦੀ ਹੈ। MAN ਨੈਟਵਰਕ ਕੇਬਲ TV ਨੈਟਵਰਕ ਦੀ ਤਰ੍ਹਾਂ ਇਕਹਿਰਾ ਨੈਟਵਰਕ ਵੀ ਹੋ ਸਕਦਾ ਹੈ। WAN ਵਾਈਡ ਏਰੀਆ ਨੈਟਵਰਕ, ਇਸ ਨੈਟਵਰਕ ਵਿੱਚ ਸਾਰੇ ਸੰਸਾਰ ਦੇ ਕੰਪਿਊਟਰ ਆਪਸ ਵਿੱਚ ਪਬਲਿਕ ਨੈਟਵਰਕ ਜਿਵੇਂ ਟੈਲੀਫੋਨ ਨੈਟਵਰਕ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ। ਇਸ ਤੋਂ ਬਿਨਾਂ ਸੈਟੇਲਾਈਟ ਰਾਹੀਂ ਵੀ ਕੰਪਿਊਟਰਸ ਨੂੰ ਇਸ ਨੈਟਵਰਕ ਰਾਹੀਂ ਨਾਲ ਜੋੜ ਸਕਦੇ ਹਾਂ। WAN ਵਿੱਚ ਕਈ ਨੈਟਵਰਕ ਉਪਕਰਨਾਂ ਦਾ ਇਸਤੇਮਾਲ ਹੁੰਦਾ ਹੈ, ਜਿਵੇਂ ਬ੍ਰਿਜ, ਰਾਊਟਰਸ, ਗੇਟਵੇ ਆਦਿ। WAN ਨੈਟਵਰਕ ਦੀ ਰਫ਼ਤਾਰ LAN ਅਤੇ MAN ਨਾਲੋਂ ਕਾਫੀ ਵਧੇਰੇ ਤੇਜ਼ ਹੁੰਦੀ ਹੈ। ਆਓ ਹੁਣ ਆਪਾਂ ਨੈਟਵਰਕ ਟੋਪੋਲੋਜੀਜ਼ ਬਾਰੇ ਜਾਣੀਏ। ਨੈਟਵਰਕ ਟੋਪੋਲੋਜੀਜ਼ ਕੀ ਹੁੰਦਾ ਹੈ ਕਿ ਆਪਾਂ ਕਿਸ ਢੰਗ ਨਾਲ ਕੰਪਿਊਟਰਸ ਨੂੰ ਆਪਸ ਵਿੱਚ ਜੋੜਦੇ ਹਾਂ। ਇੱਕ ਨੈਟਵਰਕ ਵਿੱਚ ਕੰਪਿਊਟਰਾਂ ਨੂੰ ਕਈ ਤਰੀਕਿਆਂ ਨਾਲ ਪ੍ਰਬੰਧਿਤ ਕੀਤਾ ਜਾਂਦਾ ਹੈ, ਮਤਲਬ ਜੋੜਿਆ ਜਾਂਦਾ ਹੈ। ਇਸ ਲਈ ਨੈਟਵਰਕ ਟੋਪੋਲੋਜੀ ਕਈ ਕਿਸਮਾਂ ਦੀਆਂ ਹੁੰਦੀਆਂ ਹਨ, ਜਿਵੇਂ ਕਿ ਸਟਾਰ ਟੋਪੋਲੋਜੀ, ਬੱਸ ਟੋਪੋਲੋਜੀ, ਰਿੰਗ ਟੋਪੋਲੋਜੀ, ਟਰੀ ਟੋਪੋਲੋਜੀ ਅਤੇ ਮੈਸ਼ ਟੋਪੋਲੋਜੀ। ਆਪਾਂ ਇਹਨਾਂ ਬਾਰੇ ਅੱਗੇ ਵਿਸਤਾਰ ਵਿੱਚ ਜਾਣਾਂਗੇ।
आओ सब तो पहला आपां बस टोपोलॉजी बारे जानीए। यह टोपोलॉजी लैन नैटवर्क विच वरती जाती है। यह सब तो साधारण टोपोलॉजी है। इस टोपोलॉजी विच नैटवर्क के सारे कंप्यूटर इक्को ही सिंगल केबल नाल जुड़े हुंदे हन। इस केबल नूं बस कहा जाता है। यह केबल पूरे नैटवर्क विच रीढ़ की हड्डी मनी जाती है। नैटवर्क विच हर एक नोड मतलब कंप्यूटर इसे बस केबल नाल जुड़िया हुंदा है ਅਤੇ ਇਸੇ ਰਾਹੀਂ ਸੰਚਾਰ करता है। ਬੱਸ ਦੇ ਦੋਵੇਂ ਕਿਨਾਰਿਆਂ ਉੱਤੇ ਟਰਾਂਸਮੀਟਰ ਲੱਗਿਆ ਹੁੰਦਾ ਹੈ जो सिग्नल ਨੂੰ ਬਾਉਂਸ ਹੋਣ ਤੋਂ ਬਚਾਉਂਦਾ ਹੈ। स्टार टोपोलॉजी यह टोपोलॉजी लैन नैटवर्क ਵਿੱਚ ਵਰਤੀ ਜਾਂਦੀ ਹੈ। ਇਸ ਵਿੱਚ ਸਾਰੀਆਂ ਨੋਡਸ ਇੱਕ ਕੇਂਦਰੀ ਯੰਤਰ ਨਾਲ ਜੁੜੀਆਂ ਹੁੰਦੀਆਂ ਹਨ। ਇਸ ਕੇਂਦਰੀ ਯੰਤਰ ਨੂੰ ਹਬ ਕਿਹਾ ਜਾਂਦਾ ਹੈ। ਕੇਂਦਰੀ ਯੰਤਰ ਅਤੇ ਨੋਡਸ ਵਿਚਕਾਰ ਪੁਆਇੰਟ ਟੂ ਪੁਆਇੰਟ ਕਨੈਕਸ਼ਨ ਹੁੰਦਾ ਹੈ। ਨੈਟਵਰਕ ਵਿੱਚ ਸਾਰਾ ਡਾਟਾ ਇਸ ਕੇਂਦਰੀ ਹਬ ਦੇ ਵਿੱਚੋਂ ਹੀ ਲੰਘ ਕੇ ਜਾਂਦਾ ਹੈ। ਆਮ ਤੌਰ 'ਤੇ UTP ਕੇਬਲ ਦੀ ਵਰਤੋਂ ਨਾਲ ਨੋਡਸ ਨੂੰ ਕੇਂਦਰੀ ਹਬ ਨਾਲ ਜੋੜਿਆ ਜਾਂਦਾ ਹੈ। ਰਿੰਗ ਟੋਪੋਲॉजी लैन नैटवर्क ਵਿੱਚ ਵਰਤੀ ਜਾਂਦੀ ਹੈ। ਇਸ ਟੋਪੋਲॉजी ਵਿੱਚ ਸਾਰੀਆਂ ਨੋਡਸ ਮਤਲਬ ਕੰਪਿਊਟਰਸ ਇੱਕ ਦੂਜੇ ਨਾਲ ਇੱਕ ਬੰਦ ਲੂਪ ਵਿੱਚ ਜੁੜੇ ਹੁੰਦੇ ਹਨ। ਹਰ ਕੰਪਿਊਟਰ दूसरिया होर दो गुआढ़िया नोड्स मतलब अपनी अगले ਅਤੇ पिछले कंप्यूटर नाल जुड़िया हुंदा है। इस नैटवर्क विच डाटा भेजण या प्राप्त करन लई टोकन की वरतों की जाती है। टोकन विच डाटा भेजण वाले ਅਤੇ इस नूं प्राप्त करन वाले संबंधी सूचना स्टोर हुंदी है। मैश टोपोलॉजी लैन नैटवर्क विच वरती जाती है। इस टोपोलॉजी विच सारियां नोड्स मतलब कंप्यूटर्स आपस विच एक दूजे नाल जुड़िया हुंदियां हन। इस किस्म की टोपोलॉजी काफ़ी महंगी हुंदी है। यह आम तौर ते बिना तारां वाले नैटवर्क विच वरती जाती है। इस टोपोलॉजी विच हर एक नोड दूसरिया सारियां नोड्स नाल सीधे तौर ते जुड़ी हुंदी है। यह सन नैटवर्क दियां टोपोलॉजीज़। आओ हुण आपां URL बारे जानीए। URL की हुंदा है? इंटरनेट उपर हरेक वैब पेज का एक विलक्षण एड्रैस हुंदा है। इस एड्रैस नूं ही यूनीफॉर्म रिसोर्स लोकेटर कहा जाता है। इंटरनेट उपर किसी वैब पेज तक पहुँच करन लई सानू यह वैब ब्राउज़र उपर URL टाइप करना पैंदा है। URL की उदाहरण चित्र विच तुसीं देख रहे हो। किसी भी साइट नूं आपां उसदे URL नाल ही खोलते हाँ। www वर्ल्ड वाइड वैब वर्ल्ड वाइड वैब सर्वर का एक समूह हुंदा है। वर्ल्ड वाइड वैब विच सूचना नूं वैब पेजां विच राहीं स्टोर किया जाता है। वैब पेजां नूं HTML राहीं बनाया जाता है। HTML साडे तत्तां नूं परिभाषित करता है। इस विच टैक्स्ट तस्वीरां ऑडियो वीडियो एनीमेशन आदि शामिल हुंदियां हन। वैब पेजां दे समूह नाल वैबसाइट बनाई जाती है। वैबसाइट नूं सर्वर उपर स्टोर किया जाता है ਅਤੇ हाइपरलिंक नाल इन्हां नूं आपस विच जोड़िया जाता है। वैब पेजां विच हाइपरलिंक नीले रंग विच अंडरलाइन किए हुए नज़र आउंदे हन। वैबसाइट दे सब तो पहले वैब पेज नूं होम पेज कहा जाता है। वैब पेजां नूं देखण लई वैब ब्राउज़र की वरतों की जाती है। कुछ आम वरते जाण वाले वैब ब्राउज़र हैं जिवें गूगल क्रोम, इंटरनेट एक्सप्लोरर, फायरफॉक्स आदि। इन्हां वैब ब्राउज़रां की वरतों करके असी कोई भी वैबसाइट नूं खोल सकते हाँ। आओ हुण आपां डाटा बदली दर बारे जानीए। कंप्यूटर विचकार डाटा की अदला बदली करना डाटा ट्रांसफर अखवाउंदा है। एक मिथे समय विच डाटा की जिन्नी मात्रा कंप्यूटर विचकार ट्रांसफर की जाती है उस नूं डाटा बदली दर कहा जाता है। डाटा बदली दर नूं बिट्स विच प्रगटाया जाता है। डाटा बदली दियां इकाइयां बिट्स दरां हेठ अनुसार हैं। kbps किलोबाइट पर सेकेंड, mbps मेगाबाइट पर सेकेंड, gbps गीगाबाइट पर सेकेंड, tbps टेराबाइट पर सेकेंड।
आओ हुण आपां इस पाठ दे आखिरी टॉपिक OSI मॉडल बारे जानिए। OSI दा पूरा नाम ओपन सिस्टम इंटरकनैक्शन है। नैटवर्क उपर एक कंप्यूटर तो दूजे कंप्यूटर तक संचार करन लई ISO ਵੱਲੋਂ 7 लेयर मॉडल तैयार किया गया है। हरेक लेयर का अपना ਵੱਖਰਾ ਕੰਮ ਹੁੰਦਾ है। यह 7 लेयरां हेठ लिखे अनुसार हैं। पहला एप्लीकेशन लेयर, दूजा प्रेजेंटेशन लेयर, तीजा सैशन लेयर, चौथा ट्रांसपोर्ट लेयर, पंजवां नेटवर्क लेयर, छेवां डाटा लिंक लेयर, सतवां फिजिकल लेयर। ਇਹ ਸੀ ਤੁਹਾਡਾ ਪਾਠ ਪੁਸਤਕ ਦਾ ਤੀਜਾ ਪਾਠ ਕੰਪਿਊਟਰ ਨੈਟਵਰਕਿੰਗ। ਉਮੀਦ ਹੈ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਤੇ ਤੁਸੀਂ ਇਸ ਦਾ ਪੂਰਾ ਲਾਭ ਉਠਾਓਗੇ। ਧੰਨਵਾਦ।